Hello students, how are you? ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 4th ਸੈਂਟ ਰਵਿਦਾਸ। ਸੋ ਅਸੀਂ ਜਾਣਦੇ ਹਾਂ ਕਿ ਸੰਤ ਰਵਿਦਾਸ ਜੀ ਕੌਣ ਸਨ, ਉਹਨਾਂ ਦੀ ਬਾਣੀ ਕਿਹੋ ਜੀ ਸੀ, ਉਹਨਾਂ ਦੇ ਕੀ ਵਿਚਾਰ ਸਨ ਤੇ ਕੁਝ ਉਹਨਾਂ ਦੇ ਜੀਵਨ ਬਾਰੇ ਆਪਾਂ ਅੱਜ ਇਸ ਲੈਸਨ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਤੋਂ ਪਹਿਲਾਂ ਕਿ ਲੈਸਨ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਐਕਟੀਵਿਟੀ ਫਸਟ, ਕੁਝ ਨਿਊ ਵਰਡਸ, ਉਹਨਾਂ ਦੀ ਪ੍ਰੋਨਾਂਸੀਏਸ਼ਨ, ਉਹਨਾਂ ਦੇ ਸਪੈਲਿੰਗ, ਉਹਨਾਂ ਦੇ ਮੀਨਿੰਗਸ। ਲੈਟਸ ਸਟਾਰਟ। ਡਿਕੇ ਹੁੰਦਾ ਗਿਰਾਵਟ, ਕਿਸੇ ਚੀਜ਼ ਕੋਈ ਗਿਰਾਵਟ ਆ ਜਾਣੀ ਉਹਨੂੰ ਆਪਾਂ ਕਹਿੰਦੇ ਹਾਂ ਡਿਕੇ। ਡਿਸਾਈਪਲ ਹੁੰਦਾ ਸ਼ਿਸ਼, ਚੇਲਾ। ਇੰਪ੍ਰੈਸ਼ਨ ਹੁੰਦਾ ਪ੍ਰਭਾਵ। ਸਰਮਨਸ ਹੁੰਦੇ ਨੇ ਧਾਰਮਿਕ ਉਪਦੇਸ਼। ਮੈਡੀਟੇਟ ਧਿਆਨ ਲਗਾਉਣਾ। ਪਲਾਈਟ ਹਾਲਤ। ਇਸੈਂਸ ਹੁੰਦੀ ਹੈ ਜੋਤ। ਡਿਸਟਿੰਕਸ਼ਨ ਭਾਵ ਕਿਸੇ ਨਾਲ ਭੇਦ ਕਰਨਾ। ਸਟ੍ਰੈਸ ਬੋਝ। ਇਟਰਨਲ ਸਦੀਵੀ, ਜਿਹੜਾ ਵਿਨਾਸ਼ ਨਾ ਹੋਵੇ, ਜਿਹੜਾ ਸਦਾ ਚਿਰ ਇੱਥੇ ਰਹਿੰਦਾ ਹੋਵੇ। ਲੈਟਸ ਸਟਾਰਟ ਰੀਡਿੰਗ ਸੈਂਟ ਰਵਿਦਾਸ। ਇੰਡੀਆ ਹੈਜ਼ ਬੀਨ ਅ ਹੋਮ ਫॉर ਸੈਂਟਸ ਐਂਡ ਸੇਜਸ। ਇੰਡੀਆ ਸਦਾ ਤੋਂ ਹੀ ਰਿਸ਼ੀਆਂ ਮੁਨੀਆਂ ਸੰਤਾਂ ਮਹਾਤਮਾਵਾਂ ਦਾ ਘਰ ਰਿਹਾ ਹੈ। ਵੈਨਐਵਰ ਦ ਮੋਰਲ ਔਰ ਸੋਸ਼ਲ ਲਾਈਫ ਆਫ ਪੀਪਲ, ਜਦੋਂ ਕਦੀ ਵੀ ਲੋਕਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਦਗੀ ਵਿੱਚ ਸ਼ੋਜ਼ ਸਾਈਨਸ ਆਫ ਡਿਕੇ, ਜਦੋਂ ਗਿਰਾਵਟ ਦੇ ਚਿੰਨ੍ਹ ਦਿਖਾਈ ਦਿੰਦੇ ਹਨ। ਸਮ ਸੈਂਟ ਔਰ ਪ੍ਰੋਫੈਟ, ਕੁਝ ਸੰਤ ਮਹਾਤਮਾ ਜਾਂ ਪੈਗੰਬਰ ਅਪੀਅਰਸ ਔਨ ਦਾ ਸੀਨ, ਇਸ ਧਰਤੀ ਤੇ ਇਸ ਦ੍ਰਿਸ਼ ਤੇ ਸਾਹਮਣੇ ਪ੍ਰਗਟ ਹੁੰਦੇ ਹਨ। ਰਵਿਦਾਸ ਵਾਸ ਵਨ ਸੱਚ ਸੈਂਟ। ਰਵਿਦਾਸ ਜੀ ਵੀ ਅਜਿਹੇ ਹੀ ਇੱਕ ਸੰਤ ਮਹਾਪੁਰਸ਼ ਸਨ ਹੂ ਇਨਫਿਊਜ਼ਡ ਨਿਊ ਲਾਈਫ ਐਂਡ ਵਾਈਟੈਲਿਟੀ ਇਨਟੂ ਦਾ ਹਿੰਦੂ ਸੋਸ਼ਲ ਆਰਡਰ, ਜਿਨ੍ਹਾਂ ਨੇ ਹਿੰਦੂ ਸਮਾਜਿਕ ਪ੍ਰਥਾ ਵਿੱਚ ਇੱਕ ਨਵਾਂ ਜੀਵਨ ਅਤੇ ਨਵੀਂ ਊਰਜਾ ਦਾ ਸੰਚਾਰ ਕੀਤਾ। ਰਵਿਦਾਸ ਵਾਸ ਬੋਰਨ ਇਨ ਦਾ ਈਅਰ 1377 ਇਨ ਬਨਾਰਸ। ਰਵਿਦਾਸ ਜੀ ਦਾ ਜਨਮ 1377 ਈਸਵੀ ਬਨਾਰਸ ਵਿੱਚ ਹੋਇਆ। ਦਾ ਹੋਲੀ ਸਿਟੀ ਆਫ ਦ ਹਿੰਦੂਸ, ਜੋ ਕਿ ਹਿੰਦੂਆਂ ਦਾ ਇੱਕ ਪਵਿੱਤਰ ਸ਼ਹਿਰ ਹੈ। ਹੀ ਵਾਸ ਦ ਸਨ ਆਫ ਅ ਕੋਬਲਰ, ਉਹ ਇੱਕ ਮੋਚੀ ਦੇ ਲੜਕੇ ਸਨ। ਹਿਸ ਪੇਰੈਂਟਸ ਵਾਂਟਡ ਹਿਮ ਟੂ ਬੀ ਐਜੂਕੇਟਡ, ਉਹਨਾਂ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਰਵਿਦਾਸ ਜੀ ਪੜ੍ਹ ਲਿਖ ਜਾਣ। ਦੇ ਸੈਂਟ ਹਿਮ ਟੂ ਸਕੂਲ, ਉਹਨਾਂ ਨੇ ਰਵਿਦਾਸ ਜੀ ਨੂੰ ਸਕੂਲ ਭੇਜਿਆ। ਅਨਲਕੀਲੀ, ਬਦਕਿਸਮਤੀ ਨਾਲ। ਹੀ ਵਾਸ ਅਨਹੈਪੀ ਐਟ ਸਕੂਲ, ਉਹ ਸਕੂਲ ਵਿੱਚ ਖੁਸ਼ ਨਹੀਂ ਸਨ। ਐਂਡ ਵੈਰੀ ਸੂਨ, ਅਤੇ ਬਹੁਤ ਜਲਦੀ, ਹੀ ਵਾਸ ਆਊਟ ਆਫ ਇਟ, ਉਹ ਇਸ ਤੋਂ ਬਾਹਰ ਆ ਗਏ ਸਨ। The school life made him understand the ills of this society. ਸਕੂਲ ਦੀ ਜ਼ਿੰਦਗੀ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਮੌਜੂਦ ਬੁਰਾਈਆਂ ਦਾ ਅਹਿਸਾਸ ਕਰਾ ਦਿੱਤਾ ਸੀ। ਰਵਿਦਾਸ realized that, ਰਵਿਦਾਸ ਜੀ ਨੇ ਮਹਿਸੂਸ ਕੀਤਾ ਕਿ a child born in the low caste was not treated well in this society, ਕਿ ਇੱਕ ਨੀਵੀਂ ਜ਼ਾਤ ਵਿੱਚ ਪੈਦਾ ਹੋਏ ਬੱਚੇ ਨਾਲ ਸਮਾਜ ਦੇ ਵਿੱਚ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ। In such an unfriendly atmosphere, ਅਜਿਹੇ ਗੈਰ ਮਿੱਤਰਤਾਪੂਰਨ ਵਾਤਾਵਰਣ ਦੇ ਵਿੱਚ ਲਿਟਲ ਰਵਿਦਾਸ could not put his heart into studies, ਛੋਟੇ ਰਵਿਦਾਸ ਜੀ ਆਪਣੀ ਸਟੱਡੀ ਦੇ ਵਿੱਚ ਪੂਰਾ ਜੀ ਨਾ ਲਗਾ ਸਕੇ। Often he would sit alone and think deeply, ਅਕਸਰ ਉਹ ਇਕੱਲੇ ਬੈਠੇ ਰਹਿੰਦੇ ਅਤੇ ਡੂੰਘਾ ਸੋਚਦੇ ਰਹਿੰਦੇ। It would then appear as if he were in deep ਸਮਾਧੀ, ਉਦੋਂ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਬਹੁਤ ਹੀ ਡੂੰਘੀ ਸਮਾਧੀ ਦੇ ਵਿੱਚ ਹੋਣ। ਰਵਿਦਾਸ had no interest in material things, ਰਵਿਦਾਸ ਜੀ ਦੀ ਦੁਨੀਆ ਦੇ ਪਦਾਰਥਾਂ ਦੇ ਵਿੱਚ ਕੋਈ ਵੀ ਰੁਚੀ ਨਹੀਂ ਸੀ। He was only interested in matters related to the spirit, ਉਹ ਸਿਰਫ ਆਤਮਾ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਵਿੱਚ ਹੀ ਰੁਚੀ ਲੈਂਦੇ ਸਨ। He wanted to gain spiritual knowledge, ਉਹ ਆਤਮਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸਨ। He was in search of some spiritual teacher who could show him the right path, ਉਹ ਕਿਸੇ ਆਤਮਿਕ ਗੁਰੂ ਦੀ ਭਾਲ ਵਿੱਚ ਸਨ ਜੋ ਕਿ ਉਹਨਾਂ ਨੂੰ ਸਹੀ ਰਸਤਾ ਦਿਖਾ ਸਕੇ। Soon he became a disciple of Swami Ramanand, ਜਲਦੀ ਹੀ ਉਹ ਸਵਾਮੀ ਰਾਮਾਨੰਦ ਜੀ ਦੇ ਚੇਲੇ ਬਣ ਗਏ। ਰਵਿਦਾਸ stayed with the Swami for some time, ਰਵਿਦਾਸ ਜੀ ਸਵਾਮੀ ਜੀ ਦੇ ਨਾਲ ਕੁਝ ਚਿਰ ਠਹਿਰੇ। There was a complete change in his life, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਬਦਲਾਵ ਆ ਗਿਆ ਸੀ।
Swami Ramanand's lectures left a great impression on his young mind. ਸਵਾਮੀ ਰਾਮਾਨੰਦ ਜੀ ਦੇ ਉਪਦੇਸ਼ਾਂ ਨੇ ਉਹਨਾਂ ਦੇ ਨੌਜਵਾਨ ਦਿਮਾਗ ਤੇ ਗਹਿਰੀ ਛਾਪ ਛੱਡੀ। ਥਰੂ ਦੀ ਸਰਮਨਸ, ਇਹਨਾਂ ਧਾਰਮਿਕ ਉਪਦੇਸ਼ਾਂ ਦੇ ਨਾਲ ਹੀ ਕੇਮ ਟੂ ਅੰਡਰਸਟੈਂਡ ਦ ਟਰੂ ਮੀਨਿੰਗ ਆਫ ਲਾਈਫ। ਉਹਨਾਂ ਨੂੰ ਜ਼ਿੰਦਗੀ ਦਾ ਅਸਲੀ ਮਨੋਰਥ ਪਤਾ ਚੱਲਿਆ, ਮਤਲਬ ਪਤਾ ਚੱਲਿਆ। He came to know of the ancient Indian wisdom and culture, ਅਤੇ ਉਹਨਾਂ ਨੂੰ ਪੁਰਾਤਨ ਭਾਰਤ ਦੀ ਸੂਝ-ਬੂਝ, ਪੁਰਾਤਨ ਭਾਰਤ ਦੀ ਵਿਦਵਤਾ ਅਤੇ ਸੱਭਿਆਚਾਰ ਬਾਰੇ ਵੀ ਪਤਾ ਚੱਲਿਆ। The field was ready, ਹੁਣ ਮੈਦਾਨ ਤਿਆਰ ਸੀ। ਭਾਵ ਰਵਿਦਾਸ ਜੀ ਨੂੰ ਜਿੰਨਾ ਕੁ ਉਹ ਧਾਰਮਿਕ ਗਿਆਨ ਦੇਣਾ ਚਾਹੁੰਦੇ ਸੀ ਸਵਾਮੀ ਜੀ ਉਹਨਾਂ ਦੇ ਚੁੱਕੇ ਸਨ। The seed was sown, ਜੋ ਬੀਜ ਆਤਮਿਕ ਗਿਆਨ ਦਾ ਉਹ ਬੋਣਾ ਚਾਹੁੰਦੇ ਸਨ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਬੋ ਚੁੱਕੇ ਸਨ। And the crop did not take long to ripen, ਅਤੇ ਆਤਮਿਕ ਗਿਆਨ ਰੂਪੀ ਫਸਲ ਨੇ ਭਗਤ ਰਵਿਦਾਸ ਜੀ ਦੇ ਮਸਤਿਸ਼ਕ ਵਿੱਚ ਉੱਗਣ ਨੂੰ ਜ਼ਿਆਦਾ ਟਾਈਮ ਨਹੀਂ ਲਿਆ। When the Guru was satisfied, ਜਦੋਂ ਭਗਤ ਰਵਿਦਾਸ ਜੀ ਦੇ ਗੁਰੂ ਭਾਵ ਸਵਾਮੀ ਰਾਮਾਨੰਦ ਜੀ satisfied ਹੋ ਗਏ, ਸੰਤੁਸ਼ਟ ਹੋ ਗਏ that the spiritual flame had been kindled permanently, ਉਹਨਾਂ ਨੂੰ ਜਦੋਂ ਇਹ ਪੱਕਾ ਹੋ ਗਿਆ ਕਿ ਹੁਣ ਭਗਤ ਰਵਿਦਾਸ ਜੀ ਦੇ ਵਿੱਚ ਆਤਮਿਕ ਗਿਆਨ ਦੀ ਜੋਤ ਸਥਾਈ ਰੂਪ ਨਾਲ ਬਲਦੀ ਰਹੇਗੀ, he asked ਰਵਿਦਾਸ to return home, ਉਹਨਾਂ ਨੇ ਰਵਿਦਾਸ ਜੀ ਨੂੰ ਕਿਹਾ ਕਿ ਉਹ ਆਪਣੇ ਘਰ ਵਾਪਸ ਚਲੇ ਜਾਣ ਐਂਡ ਲਿਵ ਦਾ ਵੇ ਹੀ ਵਾਂਟਡ ਟੂ ਲਿਵ, ਅਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਬਤੀਤ ਕਰਨਾ ਚਾਹੁੰਦੇ ਹਨ ਉਹ ਸ਼ੁਰੂ ਕਰ ਦੇਣ। The enlightened disciple now felt that he had a divine mission to live for, ਤਾਂ ਆਤਮਿਕ ਗਿਆਨ ਪ੍ਰਾਪਤ ਹੋਏ ਇਸ ਚੇਲੇ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦੇ ਕੋਲ ਹੁਣ ਇੱਕ ਆਤਮਿਕ ਮਿਸ਼ਨ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਪਣਾ ਜੀਵਨ ਬਸਰ ਕਰਨਾ ਹੈ। He chose Banaras to be the place of his future activities, ਉਹਨਾਂ ਨੇ ਆਪਣੀ ਭਵਿੱਖੀ ਗਤੀਵਿਧੀਆਂ ਨੂੰ ਕਰਨ ਲਈ ਬਨਾਰਸ ਨੂੰ ਚੁਣਿਆ। ਰਵਿਦਾਸ ਜੀ ਨੇ ਸੋਚਿਆ that his training in spiritual life was not yet complete, ਕਿ ਆਤਮਿਕ ਜੀਵਨ ਦੇ ਵਿੱਚ ਉਹਨਾਂ ਦੀ ਜੋ ਟ੍ਰੇਨਿੰਗ ਹੈ ਉਹ ਅਜੇ ਕੰਪਲੀਟ ਨਹੀਂ ਹੋਈ। He had a desire to have more and more of spiritual knowledge, ਉਹਨਾਂ ਦੇ ਵਿੱਚ ਹੋਰ ਜ਼ਿਆਦਾ ਆਤਮਿਕ ਗਿਆਨ ਇਕੱਠਾ ਕਰਨ ਦੀ ਇੱਛਾ ਸੀ। For this, ਇਸ ਲਈ he decided, ਉਹਨਾਂ ਨੇ ਫੈਸਲਾ ਕੀਤਾ to beautify an area of the forest, ਕਿ ਉਹ ਜੰਗਲ ਦਾ ਏਰੀਆ ਬਿਊਟੀਫਾਈ ਕਰਨਗੇ, ਉਸ ਨੂੰ ਸੁੰਦਰ ਬਣਾਉਣਗੇ। where he could meditate peace, ਜਿੱਥੇ ਬੈਠ ਕੇ ਉਹ ਸ਼ਾਂਤੀ ਦੇ ਨਾਲ ਧਿਆਨ ਲਗਾ ਸਕਣ। one day, ਇੱਕ ਦਿਨ while meditating ਜਦੋਂ ਉਹ ਕਰ ਰਹੇ ਸਨ, he felt disturbed, ਉਹ ਡਿਸਟਰਬ ਹੋ ਗਏ by a sudden movement in the bushes, ਝਾੜੀਆਂ ਵਿੱਚ ਅਚਾਨਕ ਹੋਈ ਹਿਲਜੁਲ ਦੇ ਨਾਲ। ਰਵਿਦਾਸ got up and looked around, ਰਵਿਦਾਸ ਜੀ ਉੱਠੇ ਅਤੇ ਉਹਨਾਂ ਨੇ ਆਸ-ਪਾਸ ਦੇਖਿਆ। A she deer had been caught in a net laid by a hunter, ਇੱਕ ਹਿਰਨੀ ਜੋ ਕਿ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਚੁੱਕੀ ਸੀ। The poor animal was struggling to get free, ਤੇ ਉਹ ਵਿਚਾਰਾ ਜਾਨਵਰ ਜਦੋਂ ਜਹਿਦ ਕਰ ਰਿਹਾ ਸੀ ਆਪਣੇ ਆਪ ਨੂੰ ਆਜ਼ਾਦ ਕਰਾਉਣ ਲਈ। As the hunter approached her, ਜਿਸ ਤਰ੍ਹਾਂ ਸ਼ਿਕਾਰੀ ਉਸ ਕੋਲ ਪਹੁੰਚਿਆ, she looked at him with pleading eyes, ਤਾਂ ਉਸ ਹਿਰਨੀ ਨੇ ਉਸ ਸ਼ਿਕਾਰੀ ਵੱਲ ਬੜੀਆਂ ਬੇਨਤੀ ਭਰੀਆਂ ਨਜ਼ਰਾਂ ਦੇ ਨਾਲ ਤੱਕਿਆ। It was as, ਇਹ ਇਦਾਂ ਤੱਕ ਰਹੀ ਸੀ if she was begging for mercy, ਕਿ ਜਿੱਦਾਂ ਉਹ ਦਇਆ ਦੀ ਭੀਖ ਮੰਗ ਰਹੀ ਹੋਵੇ। It was her time to feed her young ones, ਇਹ ਸਮਾਂ ਸੀ ਜਦੋਂ ਉਸ ਨੇ ਆਪਣੇ ਛੋਟੇ ਬੱਚਿਆਂ ਨੂੰ ਫੀਡ ਦੇਣੀ ਸੀ। The three fawns came jumping to her joyfully, fawns ਹੁੰਦੇ ਹਿਰਨੀ ਦੇ ਬੱਚੇ, ਤਾਂ ਉਸ ਹਿਰਨੀ ਦੇ 3 ਬੱਚੇ ਆਪਣੀ ਮਾਂ ਦੇ ਕੋਲ ਟੱਪਦੇ ਹੋਏ ਬੜੀ ਖੁਸ਼ੀ-ਖੁਸ਼ੀ ਆ ਪਹੁੰਚੇ। But they were shocked, ਪਰ ਉਹ ਬੜੇ ਹੈਰਾਨ ਹੋਏ when they saw their mother in a miserable plight, plight ਹੁੰਦੀ ਹੈ ਹਾਲਤ, ਜਦੋਂ ਉਹਨਾਂ ਨੇ ਆਪਣੀ ਮਾਂ ਨੂੰ ਉਸ ਤਰਸਯੋਗ ਹਾਲਤ ਵਿੱਚ ਦੇਖਿਆ। The mother and her young ones were a painful picture of misery and helplessness, ਮਾਂ ਅਤੇ ਉਸ ਦੇ 3 ਬੱਚਿਆਂ ਦੀ ਇਹ ਬੜੀ ਦੁਖਦਾਇਕ ਤਸਵੀਰ ਸੀ ਜੋ ਕਿ ਤਰਸ ਅਤੇ ਮਜਬੂਰੀ ਨੂੰ ਸ਼ੋਅ ਕਰ ਰਹੀ ਸੀ। Their silent prayers and their sad eyes could have melted even a heart of stone, ਤਾਂ ਹਿਰਨੀ ਅਤੇ ਉਸ ਦੇ ਬੱਚਿਆਂ ਦੀਆਂ ਮਨ ਹੀ ਮਨ ਅੰਦਰ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਅਤੇ ਉਹਨਾਂ ਦੀਆਂ ਦੁੱਖ ਨਾਲ ਭਰੀਆਂ ਅੱਖਾਂ
ਇੱਕ ਪੱਥਰ ਦਾ ਵੀ ਹਿਰਦਾ ਪਿਘਲਾ ਸਕਦੀਆਂ ਸਨ। ਬਟ ਦ ਕਰੂਅਲ ਹੰਟਰ ਰਿਮੇਨਡ ਅਨਮੂਵਡ, ਪਰ ਉਸ ਜ਼ਾਲਮ ਸ਼ਿਕਾਰੀ ਦਾ ਹਿਰਦਾ ਜ਼ਰਾ ਵੀ ਨਾ ਪਸੀਜਿਆ। His eyes showed no trace of pity or kindness. ਉਸ ਦੀਆਂ ਅੱਖਾਂ ਦੇ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੇ ਤਰਸ ਅਤੇ ਦਇਆ ਦੇ ਭਾਵ ਦੀ ਕੋਈ ਛਾਪ ਨਹੀਂ ਦਿਖੀ। He stepped forward to capture the animal and her young ones. ਉਹ ਅੱਗੇ ਵਧਿਆ ਉਸ ਹਿਰਨੀ ਨੂੰ ਅਤੇ ਉਸ ਦੇ 3 ਬੱਚਿਆਂ ਨੂੰ ਕਾਬੂ ਕਰਨ ਲਈ। As Ravidas looked at them, ਜਿੱਦਾਂ ਹੀ ਰਵਿਦਾਸ ਜੀ ਨੇ ਉਹਨਾਂ ਵੱਲ ਦੇਖਿਆ, his heart melted in pity. ਉਹਨਾਂ ਦਾ ਹਿਰਦਾ ਦੁੱਖ ਦੇ ਨਾਲ ਪਿਘਲ ਗਿਆ। He felt it his duty to save the poor helpless animals from death. ਤਾਂ ਭਗਤ ਰਵਿਦਾਸ ਜੀ ਨੇ ਇਸ ਨੂੰ ਆਪਣਾ ਫਰਜ਼ ਸਮਝਿਆ ਕਿ ਉਹ ਉਹਨਾਂ ਜਾਨਵਰਾਂ ਨੂੰ ਮੌਤ ਤੋਂ ਬਚਾਉਣ। He went up to the hunter. ਉਹ ਹੰਟਰ ਦੇ ਕੋਲ ਗਏ and spoke like this. ਅਤੇ ਇਸ ਤਰ੍ਹਾਂ ਪ੍ਰਵਚਨ ਕੀਤੇ। We all are the children of the same God. ਅਸੀਂ ਸਾਰੇ ਇੱਕੋ ਹੀ ਰੱਬ ਦੇ ਬੱਚੇ ਹਾਂ। God is our loving Father. ਪਰਮਾਤਮਾ ਸਾਡਾ ਪਿਆਰਾ ਪਿਤਾ ਹੈ। It is the divine essence that runs in the human heart as love. ਇਹ ਉਸੇ ਪਰਮਾਤਮਾ ਦੀ ਜੋਤ ਹੈ ਜੋ ਕਿ ਸਾਡੇ ਸਾਰੇ ਇਨਸਾਨਾਂ ਦੇ ਦਿਲਾਂ ਦੇ ਵਿੱਚ ਪਿਆਰ ਦੇ ਰੂਪ ਵਿੱਚ ਚੱਲ ਰਹੀ ਹੈ। It is the divine essence that fills the rose with fragrance. ਇਹ ਪਰਮਾਤਮਾ ਦੀ ਜੋਤ ਹੀ ਹੈ ਜੋ ਕਿ ਗੁਲਾਬ ਦੇ ਫੁੱਲ ਵਿੱਚ ਮਹਿਕ ਦੀ ਤਰ੍ਹਾਂ ਬਿਰਾਜਮਾਨ ਹੈ। Again ਤੇ ਹੋਰ It is the divine essence that fills the rainbow with beauty. ਤੇ ਇਹ ਇਲਾਹੀ ਜੋਤ ਹੀ ਹੈ ਜੋ ਕਿ ਸਤਰੰਗੀ ਪੀਂਘ ਨੂੰ ਸੁੰਦਰਤਾ ਦੇ ਨਾਲ ਭਰਦੀ ਹੈ। It is the divine essence. ਇਹ ਵੀ ਤਾਂ ਰੱਬੀ ਇਲਾਹੀ ਜੋਤ ਹੀ ਹੈ that fills the birds with joy. ਜਿਹੜੀ ਕਿ ਪੰਛੀਆਂ ਨੂੰ ਹਰਸ਼ ਉਲਾਸ ਖੁਸ਼ੀ ਦੇ ਨਾਲ ਭਰ ਦਿੰਦੀ ਹੈ। The apples with juice. ਸੇਬਾਂ ਨੂੰ ਰਸ ਦੇ ਨਾਲ and the voice with sweetness. ਅਤੇ ਆਵਾਜ਼ ਨੂੰ ਮਿਠਾਸ ਦੇ ਨਾਲ ਭਰਨ ਵਾਲੀ ਇਹ ਰੱਬੀ ਜੋਤ ਹੀ ਤਾਂ ਹੈ। Therefore, we should love every creature living on this earth. ਇਸ ਲਈ ਸਾਨੂੰ ਇਸ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। All forms of life are sacred. ਜੀਵਨ ਦੀ ਹਰ ਕਿਸਮ ਪਵਿੱਤਰ ਹੈ, ਚਾਹੇ ਉਹ ਜਾਨਵਰ ਹੋਵੇ, ਚਾਹੇ ਕੋਈ ਕੀੜਾ ਮਕੌੜਾ ਹੋਵੇ, ਚਾਹੇ ਬਨਸਪਤੀ ਹੋਵੇ, ਚਾਹੇ ਇਨਸਾਨ ਹੋਵੇ। It is man's most sacred duty to bring peace to a troubled heart. ਇਹ ਇੱਕ ਵਿਅਕਤੀ ਦਾ ਸਭ ਤੋਂ ਉੱਚਾ ਨੈਤਿਕ ਕਰਤੱਵ ਹੈ ਕਿ ਉਹ ਹਰ ਇੱਕ ਦੁਖੀ ਦਿਲ ਨੂੰ ਸ਼ਾਂਤੀ ਪਹੁੰਚਾਵੇ। We should never cause pain. ਸਾਨੂੰ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ। Suffering ਨਾ ਹੀ ਤਕਲੀਫ ਦੇਣੀ ਚਾਹੀਦੀ ਹੈ। or death to any living being. ਕਿਸੇ ਵੀ ਜੀਵ ਨੂੰ ਮੌਤ ਦੇ ਘਾਟ ਨਹੀਂ ਉਤਾਰਨਾ ਚਾਹੀਦਾ। We should love all things, great or small. ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਜੋ ਵੱਡੀਆਂ ਨੇ ਚਾਹੇ ਛੋਟੀਆਂ ਨੇ ਪਿਆਰ ਕਰਨਾ ਚਾਹੀਦਾ ਹੈ। Even a tiny insect in grass. ਭਾਵੇਂ ਘਾਹ ਦੇ ਵਿੱਚ ਮੌਜੂਦ ਕੋਈ ਛੋਟਾ ਮੋਟਾ ਕੀੜਾ ਮਕੌੜਾ ਹੋਵੇ, it's as sacred. ਉਹ ਵੀ ਓਨਾ ਹੀ ਪਵਿੱਤਰ ਹੈ as a human child, ਜਿੰਨਾ ਕਿ ਕਿਸੇ ਮਨੁੱਖ ਦਾ ਬੱਚਾ। The hunter listened to the kind words of Sant Ravidas. ਸ਼ਿਕਾਰੀ ਨੇ ਸੰਤ ਰਵਿਦਾਸ ਜੀ ਦੇ ਦਇਆ ਦੇ ਨਾਲ ਭਰਪੂਰ ਸ਼ਬਦ ਸੁਨੇ and felt deep respect for the saint. ਅਤੇ ਉਸ ਦੇ ਮਨ ਵਿੱਚ ਸੰਤ ਜੀ ਲਈ ਡੂੰਘੀ ਸ਼ਰਧਾ ਭਾਵਨਾ ਆ ਗਈ। The charm of the saint's personality. ਸੰਤ ਜੀ ਦੀ ਸ਼ਖਸੀਅਤ ਦਾ ਸੁਹਾਵਣਾਪਨ and his words of wisdom ਅਤੇ ਉਹਨਾਂ ਦੇ ਸਿਆਣਪ ਭਰੇ ਸ਼ਬਦਾਂ ਨੇ washed away all evil thoughts from the hunter's mind. ਉਸ ਸ਼ਿਕਾਰੀ ਦੇ ਦਿਮਾਗ ਦੇ ਵਿੱਚੋਂ ਸਾਰੇ ਬੁਰੇ ਖਿਆਲਾਂ ਨੂੰ ਉਹਨਾਂ ਨੇ ਕੱਢ ਦਿੱਤਾ। It was a miracle for the hunter. ਇਹ ਸ਼ਿਕਾਰੀ ਲਈ ਇੱਕ ਕ੍ਰਿਸ਼ਮਾ ਸੀ। A short meeting with the great saint had changed him completely. ਇੱਕ ਮਹਾਨ ਸੰਤ ਦੇ ਨਾਲ ਇੱਕ ਛੋਟੀ ਜੀ ਮੁਲਾਕਾਤ ਨੇ ਉਸ ਦੀ ਸਾਰੀ ਜ਼ਿੰਦਗੀ ਨੂੰ ਚੇਂਜ ਕਰ ਦਿੱਤਾ ਸੀ। The killer's heart was filled with love for God. ਇੱਕ ਮਾਰਨ ਵਾਲੇ ਦਾ ਦਿਲ ਪਰਮਾਤਮਾ ਦੇ ਪਿਆਰ ਨਾਲ ਭਰ ਗਿਆ ਸੀ and all his creation. ਅਤੇ ਉਸ ਦੇ ਦਿਮਾਗ ਦੇ ਵਿੱਚ ਉਸ ਪਰਮਾਤਮਾ ਦੀ ਖਲਕਤ ਪ੍ਰਤੀ ਵੀ ਪਿਆਰ ਆ ਗਿਆ ਸੀ। The hunter promised to lead a compassionate life. ਉਸ ਸ਼ਿਕਾਰੀ ਨੇ ਸੰਤ ਜੀ ਨੂੰ ਪ੍ਰੋਮਿਸ ਕੀਤਾ ਕਿ ਉਹ ਦਇਆ ਭਾਵ ਵਾਲਾ ਜੀਵਨ ਬਸਰ ਕਰੇਗਾ and never to cause harm to anyone. ਅਤੇ ਉਹ ਕਿਸੇ ਨੂੰ ਵੀ ਕਦੇ ਨੁਕਸਾਨ ਨਹੀਂ ਪਹੁੰਚਾਏਗਾ। ਸੈਂਟ ਰਵਿਦਾਸ was always very humble.
ਸੰਤ ਰਵਿਦਾਸ ਜੀ ਹਮੇਸ਼ਾ ਬੜੇ ਨਿਮਰ ਸਨ। ਹੀ ਵਾਸ ਡਿਫਰੈਂਟ ਫਰੋਮ ਮੋਸਟ ਆਫ ਦ ਸਕੋਲਰਸ ਐਂਡ ਰਿਲੀਜੀਅਸ ਮੈਨ ਆਫ ਹਿਜ਼ ਟਾਈਮ। ਉਹ ਆਪਣੇ ਸਮੇਂ ਦੌਰਾਨ ਅਲੱਗ-ਅਲੱਗ ਸੰਤਾਂ ਤੋਂ ਬਹੁਤ ਜ਼ਿਆਦਾ ਭਿੰਨ ਸਨ। ਹੀ ਨੈਵਰ ਬੋਸਟਡ ਆਫ ਹਿਜ਼ ਨੌਲੇਜ ਐਂਡ ਵਿਜ਼ਡਮ। ਉਹਨਾਂ ਨੇ ਕਦੀ ਵੀ ਆਪਣੇ ਗਿਆਨ ਅਤੇ ਸਿਆਣਪ ਦੀ ਸ਼ੇਖੀ ਨਹੀਂ ਮਾਰੀ। ਹਿਜ਼ ਡਿਵਾਈਨ ਨੌਲੇਜ ਕੇਮ ਫਰੋਮ ਵਿਦਿਨ। ਉਹਨਾਂ ਦਾ ਆਤਮਿਕ ਗਿਆਨ ਆਪਣੇ ਅੰਦਰੋਂ ਹੀ ਪ੍ਰਗਟ ਹੋਇਆ ਸੀ, ਫੁੱਟਿਆ ਸੀ। ਹਿਜ਼ ਸਪਿਰਿਚੁਅਲ ਮੈਸੇਜ ਅਪੀਲਡ ਟੂ ਐਵਰੀ ਹਾਰਟ। ਉਹਨਾਂ ਦਾ ਆਤਮਿਕ ਸੁਨੇਹਾ ਸਾਰੇ ਮਨਾਂ ਨੂੰ ਅਪੀਲ ਕਰਦਾ ਸੀ, ਭਾਵ ਆਪਣੇ ਵੱਲ ਖਿੱਚਦਾ ਸੀ। ਪੀਪਲ ਲਿਸਨ ਟੂ ਹਿਮ ਸਪੈਲ ਬਾਉਂਡ। ਲੋਕੀ ਉਹਨਾਂ ਨੂੰ ਮੰਤਰ ਮੁਗਧ ਹੋ ਕੇ ਸੁਣਦੇ ਸਨ। ਹੀ ਸਪੋਕ ਇਨ ਅ ਸਿੰਪਲ ਐਂਡ ਕਲੀਅਰ ਮੈਨਰ। ਉਹ ਬਹੁਤ ਹੀ ਸਾਧਾਰਨ ਅਤੇ ਸਪਸ਼ਟ ਤਰੀਕੇ ਨਾਲ ਬੋਲਦੇ ਸਨ। ਹੀ ਟੋਲਡ ਪੀਪਲ ਦੈਟ, ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਆਲ ਆਰ ਇਕੁਅਲ ਇਨ ਦ ਆਈਜ਼ ਆਫ ਗੋਡ, ਕਿ ਪਰਮਾਤਮਾ ਦੀ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ। ਦ ਡਿਸਟਿੰਕਸ਼ਨਸ ਆਫ ਕਾਸਟ, ਕਲਰ ਐਂਡ ਕ੍ਰੀਡ ਆਰ ਮੀਨਿੰਗਲੈਸ, ਕਿ ਜਾਤ-ਪਾਤ, ਰੰਗ ਅਤੇ ਨਸਲ ਦੇ ਪੱਧਰ ਤੇ ਭੇਦਭਾਵ ਕਰਨਾ ਨਿਰਾਰਥਕ ਹੈ। ਦੇ ਆਰ ਆਲ ਮੈਨ ਮੇਡ। ਇਹ ਸਾਰੀਆਂ ਚੀਜ਼ਾਂ ਬੰਦੇ ਦੀਆਂ ਬਣਾਈਆਂ ਹੋਈਆਂ ਹਨ। ਸੈਂਟ ਰਵਿਦਾਸ brought great hope for those who were poor, weak and backward। ਸੰਤ ਰਵਿਦਾਸ ਜੀ ਨੇ ਉਹਨਾਂ ਲੋਕਾਂ ਲਈ ਇੱਕ ਵੱਡੀ ਆਸ ਸਾਹਮਣੇ ਲੈ ਕੇ ਆਂਦੀ ਜੋ ਕਿ ਗਰੀਬ ਸਨ, ਕਮਜ਼ੋਰ ਸਨ ਅਤੇ ਪਿਛੜੇ ਹੋਏ ਸਨ। He filled them with hope, courage and confidence। ਭਗਤ ਜੀ ਨੇ ਉਹਨਾਂ ਨੂੰ ਆਸ ਨਾਲ, ਸਾਹਸ ਨਾਲ ਅਤੇ ਵਿਸ਼ਵਾਸ ਦੇ ਨਾਲ ਭਰ ਦਿੱਤਾ ਸੀ। He inspired them not to bow to the unjust demands of the high caste people। ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਉੱਚੀ ਜਾਤੀ ਦੇ ਲੋਕਾਂ ਦੀਆਂ ਅਨਿਆਇਕ ਮੰਗਾਂ ਅੱਗੇ ਆਪਣਾ ਸਿਰ ਨਾ ਝੁਕਾਣ। He inspired them to recognize the strength of the spirit within them। ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਅੰਦਰਲੀ ਆਤਮਾ ਦੀ ਸਟਰੈਂਥ, ਅੰਦਰਲੀ ਆਤਮਾ ਦੀ ਸ਼ਕਤੀ ਨੂੰ ਪਹਿਚਾਨਣ। He asked them to throw all weak thoughts out of their minds। ਰਵਿਦਾਸ ਜੀ ਨੇ ਲੋਕਾਂ ਨੂੰ ਕਿਹਾ ਕਿ ਉਹ ਸਾਰੇ ਕਮਜ਼ੋਰ ਖਿਆਲਾਂ ਨੂੰ ਆਪਣੇ ਦਿਮਾਗਾਂ ਵਿੱਚੋਂ ਕੱਢ ਕੇ ਬਾਹਰ ਮਾਰਨ। He always said, ਉਹ ਹਮੇਸ਼ਾ ਕਹਿੰਦੇ ਸਨ, untouchability is a sin against humanity, ਕਿ ਅਛੂਤਤਾ ਮਨੁੱਖਤਾ ਦੇ ਖਿਲਾਫ ਪਾਪ ਹੈ। ਕਿ ਜਿਹੜੇ ਵਿਅਕਤੀ ਦੂਜੇ ਵਿਅਕਤੀ ਨੂੰ ਅਛੂਤ ਕਹਿੰਦੇ ਹਨ, ਕਹਿੰਦੇ ਕਿ ਇਹਨੂੰ ਹੱਥ ਨਹੀਂ ਲਾਣਾ, ਠੀਕ ਹੈ, ਇਹ ਕੀ ਹੈ? ਇੱਕ ਪਾਪ ਹੈ, ਠੀਕ ਹੈ। ਅਛੂਤਤਾ ਦੀ ਬਿਮਾਰੀ ਮਨੁੱਖਤਾ ਦੇ ਅਗੇਂਸਟ ਇੱਕ ਪਾਪ ਹੈ। ਸੈਂਟ ਰਵਿਦਾਸ continued to guide and reform the society of his time all his life। ਸੰਤ ਰਵਿਦਾਸ ਜੀ ਨੇ ਸਾਰੀ ਜ਼ਿੰਦਗੀ ਆਪਣੇ ਸਮਾਜ ਨੂੰ ਸੁਧਾਰਨਾ ਅਤੇ ਉਹਨਾਂ ਨੂੰ ਸੇਧ ਦੇਣਾ ਜਾਰੀ ਰੱਖਿਆ। even in his old age, ਉਹਨਾਂ ਦੇ ਬੁਢੇਪੇ ਵੇਲੇ ਵੀ he had the divine glow on his face। ਉਹਨਾਂ ਦੇ ਫੇਸ ਉੱਤੇ ਰੱਬੀ ਪ੍ਰਕਾਸ਼ ਸੀ। all his mental faculties remained as strong as ever, ਕਿ ਬਜ਼ੁਰਗੀ ਵੇਲੇ ਵੀ ਸਾਰੀਆਂ ਉਹਨਾਂ ਦੀਆਂ ਮਨ ਦੀਆਂ ਸ਼ਕਤੀਆਂ ਉਸੇ ਤਰ੍ਹਾਂ ਹੀ ਤਾਕਤਵਰ ਰਹੀਆਂ। his spirit remained untouched by the stresses of the material world। ਉਹਨਾਂ ਦੀ ਆਤਮਾ ਹਮੇਸ਼ਾ ਹੀ ਪਦਾਰਥਕ ਦੁਨੀਆ ਦੇ ਝਖੜਾਂ ਅਤੇ ਤਣਾਵਾਂ ਤੋਂ ਅਛੂਹੀ ਹੀ ਰਹੀ, ਠੀਕ ਹੈ, ਜਾਨੀ ਉਹ ਦੁਨੀਆ ਦੇ ਝਖੜ ਤੇ ਤਣਾਵ ਨੂੰ ਛੂ ਨਾ ਸਕੇ। He led a spiritual life। ਉਹਨਾਂ ਨੇ ਇੱਕ ਆਤਮਿਕ ਜੀਵਨ ਬਸਰ ਕੀਤਾ। His end was peaceful। ਉਹਨਾਂ ਦਾ ਅੰਤ ਬਹੁਤ ਹੀ ਸੁਖਦ ਸੀ, ਸ਼ਾਂਤਮਈ ਸੀ। A great soul on this earth। ਇਸ ਦੁਨੀਆ ਦੀ ਇੱਕ ਮਹਾਨ ਆਤਮਾ became one with the eternal soul। ਉਹ ਸਦਾ ਲਈ ਉਸ ਸਦੀਵੀ ਜੋਤ ਵਿੱਚ ਇੱਕਮਿਕ ਹੋ ਗਈ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ। ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।